कि सब तो पहले तो ਵਧਾਈ ਦੇ ਪਾਤਰ ਨੇ ਮਾਲਵਾ ਤੇ ਦੁਆਬਾ ਜਿਨ੍ਹਾਂ ਨੇ ਇਸ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ। ਪਰ ਕੋਈ ਗੱਲ ਨਹੀਂ, ਇਹਨਾਂ 10-15 ਮਿੰਟਾਂ ਦੇ ਵਿੱਚ ਸਾਰੀਆਂ ਕਸਾਂ ਕੱਢਦੇ ਨੇ ਕਿ ਰਿਸ਼ਤਾ ਤੇ ਰਿਸ਼ਤੇਦਾਰੀਆਂ ਦੀ ਜਿਤਨੀ ਕਦਰ ਪੰਜਾਬ ਕਰਦਾ ਆ, ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਇਤਨੀ ਇੱਜ਼ਤ ਕੋਈ ਨਹੀਂ ਕਰਦਾ। ਜੇਕਰ ਕਿਸਾਨ ਅੰਦੋਲਨ ਦੇ ਕੋਲ ਵੋਟਾਂ ਵੱਧ ਨਿਕਲ ਆਉਂਦੀਆਂ ਨੇ ਤਾਂ ਬੀਜੇਪੀ ਇਸ ਕੇਸ ਨੂੰ ਵਾਪਸ ਲੈ ਲੇਗੀ। ਮੋਦੀ ਸਾਹਿਬ ਇਹ ਨਾ ਸੋਚਿਓ ਕਿ ਪੰਜਾਬ ਦੇ ਸਾਰੇ ਜਥੇ ਦਿੱਲੀ ਪਹੁੰਚ ਗਏ ਨੇ। ਪੰਜਾਬ ਦੇ ਸਿਰਫ ਔਰ ਸਿਰਫ 3 ਜਥੇ ਦਿੱਲੀ ਪਹੁੰਚੇ ਨੇ। ਜਥਾ ਅੱਜ ਵੀ ਪੰਜਾਬ ਦੇ ਵਿੱਚ ਮੌਜੂਦ ਆ ਔਰ ਉਹ ਇੱਥੇ ਬੈਠਾ ਹੋਇਆ ਹੈ। ਇਹ ਜਥਾ ਮੋਦੀ ਸਾਹਿਬ ਜੰਤਰ ਮੰਤਰ ਤੰਤਰ ਨੂਰ ਤੇ ਦਿਵਯ ਸ਼ਕਤੀਆਂ ਦੇ ਨਾਲ ਲੈਸ ਆ। ਵਾਅਦੇ ਨਾਲ ਕਹਿ ਦਈਏ ਕਿ ਜਿੱਤੇਗਾ ਤੇ ਕਿਸਾਨ ਹੀ ਜਿੱਤੇਗਾ। ਅਸੀਂ ਚਾਹੁੰਦੇ ਹਾਂ ਕਿ ਕਿਸਾਨ ਅੰਦੋਲਨ ਵੀ 26 ਜਨਵਰੀ ਵਾਲੇ ਦਿਨ ਆਪਣੀਆਂ ਝਾਕੀਆਂ ਕੱਢ ਕੇ ਦੁਨੀਆ ਨੂੰ ਦੱਸੇ। ਫਰਾਂਸ ਦੇ ਸੰਤ ਨੋਸਟਰੇਡਮਸ ਹੋਏ ਨੇ ਜਿਨ੍ਹਾਂ ਨੇ ਭਵਿੱਖਬਾਣੀਆਂ ਕੀਤੀਆਂ ਭਾਰਤ ਨੂੰ ਲੈ ਕੇ। GDS ਪੰਜਾਬ ਨਿਊਜ਼ TV ਦੇਖਣ ਵਾਲੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਦੇਸ਼ ਵਾਸੀਆਂ ਦਾ ਅਸੀਂ ਸਵਾਗਤ ਕਰਦੇ ਹਾਂ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਬਿੱਲਾਂ ਤੇ ਬਣਾਏ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਦੇ ਲਈ ਜਿੱਥੇ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਅੱਜ ਦਿੱਲੀ ਦੇ ਵਿੱਚ ਸੰਘਰਸ਼ ਕਰ ਰਹੀਆਂ ਹਨ ਅਤੇ ਉਸ ਅੰਦੋਲਨ ਦੇ ਵਿੱਚ ਇੱਕੋ ਇੱਕ ਮੰਗ ਹੈ ਕਿਸਾਨਾਂ ਦੀ ਕਿ ਕੇਂਦਰ ਸਰਕਾਰ ਖੇਤੀ ਬਿੱਲਾਂ ਤੇ ਬਣਾਏ ਕਾਲੇ ਕਾਨੂੰਨ ਨੂੰ ਰੱਦ ਕਰੇ ਅਤੇ ਕਿਸਾਨਾਂ ਦੇ ਹੱਕ ਉਹਨਾਂ ਨੂੰ ਵਾਪਸ ਦੇਵੇ। ਇਸੇ ਤਰ੍ਹਾਂ ਜੇਕਰ ਗੱਲ ਕਰੀਏ ਆਪਾਂ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ, ਤਾਂ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਹਜ਼ਾਰਾਂ ਦੀ ਤਾਦਾਦ ਵਿੱਚ ਸੈਂਕੜੇ ਟਰਾਲੀਆਂ ਸਮੇਤ ਬੁੱਢੇ ਬਜ਼ੁਰਗ ਅਤੇ ਨੌਜਵਾਨ ਅਤੇ ਬੱਚੇ ਜੋ ਕਿ ਦਿੱਲੀ ਦੇ ਵਿੱਚ ਸੰਘਰਸ਼ ਕਰ ਰਹੇ ਹਨ। ਇਸ ਪੋਹ ਦੇ ਮਹੀਨੇ ਪੈ ਰਹੀ ਭਾਰੀ ਠੰਡ ਦੇ ਵਿੱਚ ਉਸ ਅੰਦੋਲਨ ਦੇ ਵਿੱਚ ਆਪਣੇ ਹੱਕਾਂ ਲਈ ਲੜ ਰਹੇ ਹਨ। ਪਰ ਕੇਂਦਰ ਸਰਕਾਰ ਦੇ ਸਿਰ ਤੇ ਜੂੰ ਨਹੀਂ ਸਰਕ ਰਹੀ ਅਤੇ ਨਾ ਹੀ ਕੋਈ ਹੀਲਾ ਵਸੀਲਾ ਕਰਦੀ ਹੋਈ ਕੇਂਦਰ ਸਰਕਾਰ ਨਜ਼ਰ ਆ ਰਹੀ ਹੈ। ਕਿਸਾਨਾਂ ਦੀ ਇੱਕੋ ਇੱਕ ਮੰਗ ਹੈ ਕਿ ਕੇਂਦਰ ਸਰਕਾਰ ਖੇਤੀ ਬਿੱਲਾਂ ਤੇ ਬਣਾਏ ਕਾਲੇ ਕਾਨੂੰਨ ਰੱਦ ਕਰੇ। ਪਰ ਕੇਂਦਰ ਦੀ ਮੋਦੀ ਸਰਕਾਰ ਇਸ ਗੱਲ ਤੇ ਅੜੀ ਹੋਈ ਹੈ ਕਿ ਇਹ ਕਾਨੂੰਨ ਰੱਦ ਨਹੀਂ ਹੋ ਸਕਦੇ, ਇਹਨਾਂ ਦੇ ਵਿੱਚ ਸੋਧਾਂ ਹੋ ਸਕਦੀਆਂ ਹਨ। ਪਰ ਕਿਸਾਨਾਂ ਦੀ ਮੰਗ ਹੈ ਕਿ ਇਹਨਾਂ ਨੂੰ ਮੁੜ ਤੋਂ ਰੱਦ ਕੀਤਾ ਜਾਵੇ। ਇਸੇ ਤਰ੍ਹਾਂ ਹੀ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਨਜ਼ਦੀਕ ਬਟਾਲਾ ਕਾਦੀਆਂ ਰੋਡ ਅੱਡਾ ਥਿੰਦ ਧਾਰੀਵਾਲ ਤੇ ਇੱਕ ਨਾਗਰਿਕ ਦੇ ਵੱਲੋਂ ਜੋ ਕਿ ਕਿਸਾਨ ਆਗੂ ਹੈ, ਉਹਨਾਂ ਦੇ ਵੱਲੋਂ ਅੱਜ ਕੇਂਦਰ ਦੇ ਮੋਦੀ ਜੋ ਕਿ ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਇੱਕ ਰਹੱਸਮਈ ਅਹਿਮ ਖੁਲਾਸੇ ਕੀਤੇ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਦੰਗ। ਆਓ ਗੱਲਬਾਤ ਕਰਦੇ ਹਾਂ ਉਸ ਨਾਗਰਿਕ ਦੇ ਨਾਲ, ਕੀ ਨੇ ਸਾਰੇ ਮਾਮਲਾ ਅਤੇ ਕੀ ਖੁਲਾਸੇ ਉਹਨਾਂ ਵੱਲੋਂ ਅੱਜ ਕੀਤੇ ਜਾ ਰਹੇ ਨੇ। ਦੇਖਦੇ ਰਹੋ GDS ਪੰਜਾਬ ਨਿਊਜ਼ TV ਗੁਰਦਾਸਪੁਰ ਤੋਂ ਬਿਊਰੋ ਚੀਫ ਗੁਰਪ੍ਰੀਤ ਸਿੰਘ ਦੇ ਨਾਲ। ਕੀ ਨਾਮ ਜੀ ਆਪਣਾ ਤੇ ਤੁਸੀਂ ਕਾਹਦੇ ਸੰਬੰਧ ਵਿੱਚ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਹੈ? ਸਤਿ ਸ਼੍ਰੀ ਅਕਾਲ ਵੀਰ ਜੀ, ਮੇਰਾ ਨਾਮ ਕਰਮ ਸਿੰਘ ਹੈ ਜੀ। ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਔਰ ਪੇਸ਼ੇ ਤੋਂ ਮੈਂ ਮਨੀਮੀ ਦਾ ਕੰਮ ਕਰਦਾ ਹਾਂ ਔਰ ਇਸ ਕਿਸਾਨ ਅੰਦੋਲਨ ਦੇ ਬਾਰੇ ਮੈਂ ਦੇਸ਼ ਵਾਸੀਆਂ ਦੇ ਨਾਲ ਕੁਝ ਆਪਣੇ ਵਿਚਾਰ ਸਾਂਝੇ ਕਰਨੇ ਚਾਹੁੰਦਾ ਹਾਂ ਔਰ ਧੰਨਵਾਦ ਕਰਦਾ ਹਾਂ ਮੀਡੀਆ ਦਾ ਜਿਨ੍ਹਾਂ ਨੇ ਇੱਥੇ ਆ ਕੇ ਮੇਰੇ ਇਸ ਪ੍ਰੋਗਰਾਮ ਨੂੰ ਕਵਰ ਕਰ ਰਹੇ ਆ। ਤੇ ਸੋ ਮੈਂ ਬੇਨਤੀ ਕਰਦਾ ਹਾਂ ਕਿ ਸਭ ਤੋਂ ਪਹਿਲੇ ਤੇ ਵਧਾਈ ਦੇ ਪਾਤਰ ਨੇ ਮਾਲਵਾ ਤੇ ਦੁਆਬਾ ਜਿਨ੍ਹਾਂ ਨੇ ਇਸ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਔਰ ਮਾਫੀ ਚਾਹੁੰਦੇ ਹਾਂ ਕਿ ਅਸੀਂ ਗੁਰਦਾਸਪੁਰ ਦੇ ਲੋਕ ਲੇਟ ਹੋ ਗਏ ਹਾਂ। ਪਰ ਕੋਈ ਗੱਲ ਨਹੀਂ, ਇਹਨਾਂ 10-15 ਮਿੰਟਾਂ ਦੇ ਵਿੱਚ ਸਾਰੀਆਂ ਕਸਾਂ ਕੱਢ ਦਿੰਦੇ ਹਾਂ। ਬੇਨਤੀ ਕਰਦੇ ਹਾਂ ਮੋਦੀ ਸਾਹਿਬ ਕਿ ਤੁਸੀਂ ਦੇਖਿਆ ਹੋਵੇਗਾ ਕਿ ਇਸ ਅੰਦੋਲਨ ਦੇ ਵਿੱਚ ਜਿਵੇਂ ਹੀ ਤੁਸੀਂ ਸਾਡੇ ਮਾਂ-ਪਿਓ ਦੇ ਉੱਪਰ ਤਸ਼ੱਦਦ ਢਾਉਣਾ ਸ਼ੁਰੂ ਕੀਤਾ, ਜੋ ਲੋਕ ਦਿੱਲੀ ਗਏ ਸੀ, ਅਸੀਂ ਆਪਣੇ ਮਾਂ-ਪਿਓ ਦੇ ਦਰਦ ਤੇ ਪੀੜ ਨੂੰ ਸਹਿੰਦਿਆਂ ਦੇਖਦਿਆਂ ਹੋਇਆਂ ਪੂਰਾ ਪੰਜਾਬ ਤੇ ਪੰਜਾਬ ਦੇ ਲੋਕ ਜਿੱਥੇ ਵੀ ਬਾਹਰ ਦੇਸ਼ਾਂ ਦੇ ਵਿੱਚ ਵਸ ਰਹੇ ਸੀ ਸਾਰੇ ਮੁੱਦੇ ਪੈ ਗਏ। ਜਾਣਨ ਵਾਲੀ ਗੱਲ ਇਹ ਜ਼ਰੂਰੀ ਆ ਕਿ ਰਿਸ਼ਤਾ ਤੇ ਰਿਸ਼ਤੇਦਾਰੀਆਂ ਦੀ ਜਿਤਨੀ ਕਦਰ ਪੰਜਾਬ ਕਰਦਾ ਆ, ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ
ਇਤਨੀ ਇੱਜ਼ਤ ਕੋਈ ਨਹੀਂ ਕਰਦਾ। ਦੂਸਰੀ ਗੱਲ ਰਹਿ ਗਈ ਕਿਸਾਨਾਂ ਦੇ ਮਸਲੇ ਦੀ। ਮੋਦੀ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਅਸੀਂ ਬਿੱਲ ਵਾਪਸ ਨਹੀਂ ਲੈਣਾ, ਕਿਸਾਨ ਕਹਿ ਰਹੇ ਨੇ ਅਸੀਂ ਬਿੱਲ ਵਾਪਸ ਕਰਨਾ ਹੈ। ਤੀਸਰਾ ਵਿਕਲਪ ਇਹਦਾ ਕੀ ਆ ਫਿਰ? ਮੈਂ ਕਿਸਾਨ ਜਥੇਬੰਦੀਆਂ ਦੇ ਅੱਗੇ ਬੇਨਤੀ ਕਰਦਾ ਕਿ ਜੇਕਰ ਆਪ ਨੂੰ ਚੰਗਾ ਲੱਗੇ ਤੇ ਕਿਉਂ ਨਾ ਵੋਟਿੰਗ ਕਰਵਾਈ ਜਾਵੇ। ਜਿਸ ਕਿਸਾਨ ਦੀਆਂ ਕੋਲ 2 ਪੈਲੀਆਂ ਦੀ ਰਜਿਸਟਰੀ ਹੈ, ਉਸ ਦੇ ਕੋਲ ਇੰਤਕਾਲ ਤੇ ਜਮ੍ਹਾਂਬੰਦੀ ਹੈ, ਉਹਨਾਂ ਸਾਰਿਆਂ ਕਿਸਾਨਾਂ ਦੀਆਂ ਵੋਟਾਂ ਦੀ ਇਲੈਕਸ਼ਨ ਕਰਵਾਈ ਜਾਵੇ। ਜੇਕਰ ਕਿਸਾਨ ਅੰਦੋਲਨ ਦੇ ਕੋਲ ਵੋਟਾਂ ਵੱਧ ਨਿਕਲ ਆਉਂਦੀਆਂ ਨੇ ਤਾਂ ਬੀਜੇਪੀ ਇਸ ਕੇਸ ਨੂੰ ਵਾਪਸ ਲੈ ਲੇਗੀ, ਤੇ ਜੇਕਰ ਬੀਜੇਪੀ ਦੇ ਕੋਲ ਵੋਟਿੰਗ ਵੱਧ ਨਿਕਲ ਆਉਂਦੀ ਆ ਤੇ ਕਿਸਾਨ ਇਸ ਬਿੱਲ ਦੀ ਹਮਾਇਤ ਕਰਨਗੇ। ਦੂਸਰੀ ਬੇਨਤੀ ਇਹ ਆ, ਮੋਦੀ ਸਾਹਿਬ ਇਹ ਨਾ ਸੋਚਿਓ ਕਿ ਪੰਜਾਬ ਦੇ ਸਾਰੇ ਜਥੇ ਦਿੱਲੀ ਪਹੁੰਚ ਗਏ ਨੇ। ਪੰਜਾਬ ਦੇ ਸਿਰਫ ਔਰ ਸਿਰਫ 3 ਜਥੇ ਦਿੱਲੀ ਪਹੁੰਚੇ ਨੇ। ਇੱਕ ਜਥਾ ਜਵਾਨ, ਦੂਸਰਾ ਜਥਾ ਕਿਸਾਨ ਤੇ ਤੀਸਰਾ ਜਥਾ ਪਹੁੰਚਿਆ ਆ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਦਾ। ਇੱਕ ਜਥਾ ਅੱਜ ਵੀ ਪੰਜਾਬ ਦੇ ਵਿੱਚ ਮੌਜੂਦ ਆ ਔਰ ਉਹ ਇੱਥੇ ਬੈਠਾ ਹੋਇਆ ਹੈ। ਇਹ ਜਥਾ ਮੋਦੀ ਸਾਹਿਬ ਜੰਤਰ ਮੰਤਰ ਤੰਤਰ ਨੂਰ ਤੇ ਦਿਵਯ ਸ਼ਕਤੀਆਂ ਦੇ ਨਾਲ ਲੈਸ ਆ। ਬੇਨਤੀ ਇਹ ਕਰਦੇ ਆ ਕਿ ਆਪ ਨੂੰ ਇਹੀ ਰਿਕੁਐਸਟ ਆ ਕਿ ਇਸ ਕੇਸ ਨੂੰ ਵਾਪਸ ਲਿਆ ਜਾਵੇ। ਦੂਸਰੀ ਬੇਨਤੀ ਇਹ ਆ ਕਿ ਜਿਵੇਂ ਹੀ ਕਿਸਾਨਾਂ ਦੀ ਵੋਟਿੰਗ ਹੋਵੇਗੀ ਉਸ ਦੇ ਵਿੱਚ ਇਹ ਤੁਹਾਨੂੰ ਵਾਅਦੇ ਨਾਲ ਕਹਿ ਦਈਏ ਕਿ ਜਿੱਤੇਗਾ ਤੇ ਕਿਸਾਨ ਹੀ ਜਿੱਤੇਗਾ, ਔਰ ਇਸ ਜਿੱਤ ਤੋਂ ਬਾਅਦ ਸਾਡੇ ਕਿਸਾਨ ਵੀਰ ਦਿੱਲੀ ਬੈਠਾ ਹੋਇਆ ਜਥਾ ਵਾਪਸ ਪੰਜਾਬ ਨਹੀਂ ਆਏਗਾ। ਇਹ 26 ਜਨਵਰੀ ਤੱਕ ਜਿੱਤਣ ਤੋਂ ਬਾਅਦ ਉੱਥੇ ਹੀ ਰਹੇਗਾ। ਤੇ ਮੋਦੀ ਸਾਹਿਬ ਜੇ ਤੁਹਾਨੂੰ ਚੰਗਾ ਲੱਗਦਾ ਆ ਤੇ 26 ਜਨਵਰੀ ਵਾਲੇ ਦਿਨ ਲਾਲ ਕਿਲੇ ਦੇ ਅੰਦਰ ਝਾਕੀਆਂ ਨਿਕਲਦੀਆਂ ਨੇ। ਅਸੀਂ ਚਾਹੁੰਦੇ ਆ ਕਿ ਕਿਸਾਨ ਅੰਦੋਲਨ ਵੀ 26 ਜਨਵਰੀ ਵਾਲੇ ਦਿਨ ਆਪਣੀਆਂ ਝਾਕੀਆਂ ਕੱਢ ਕੇ ਦੁਨੀਆ ਨੂੰ ਦੱਸੇ। ਪੰਜਾਬ ਔਰ ਹਰਿਆਣਾ ਇਸ ਦੇ ਵਿੱਚ ਅਹਿਮ ਭੂਮਿਕਾ ਨਿਭਾਵੇ ਔਰ ਦੇਖਿਆ ਜਾਵੇ, ਪੂਰੀ ਦੁਨੀਆ ਦੇਖੇ ਨਾ ਝਾਕੀਆਂ ਨੂੰ ਕਿ ਜੋ ਬੀਜੇਪੀ ਵਾਲਿਆਂ ਨੇ ਝਾਕੀਆਂ ਕੱਢੀਆਂ ਲਾਲ ਕਿਲੇ ਦੇ ਅੰਦਰ ਉਹ ਕਾਰੇਗਰ ਨੇ ਕਿ ਜਾਂ ਜੋ ਝਾਕੀਆਂ ਸਾਡੇ ਕਿਸਾਨ ਅੰਦੋਲਨ ਵਾਲਿਆਂ ਨੇ ਕੱਢੀਆਂ ਨੇ ਉਹ ਟਾਪ ਦੀਆਂ ਨੇ। ਇਹਨਾਂ ਝਾਕੀਆਂ ਦੇ ਉੱਪਰ ਕਿਸ ਦੀ ਝਾਕੀ ਸਭ ਤੋਂ ਵਧੀਆ ਆ? ਮੈਂ ਕਹਿੰਦਾ ਆ ਦੇਸ਼ ਤੇ ਦੁਨੀਆ ਦੇ ਜਿਤਨੇ ਵੀ ਲੋਕ ਰਹਿੰਦੇ ਆ ਇਹਨਾਂ ਝਾਕੀਆਂ ਦੇ ਉੱਪਰ ਵੋਟਿੰਗ ਕਰਨ। ਇਹ ਵੋਟਿੰਗ ਹੋਵੇਗੀ ਕਿ ਦੱਸਿਆ ਜਾਵੇ ਕਿ ਅੱਗੇ ਵਾਸਤੇ ਪ੍ਰਾਈਮ ਮਿਨਿਸਟਰ ਮੋਦੀ ਨੂੰ ਰਾਜਗੱਦੀ ਤੇ ਰਹਿਣ ਦੀਏ ਕਿ ਜਾਂ ਨਾ ਰਹਿਣ ਦੀਏ। ਦੂਸਰੀ ਗੱਲ ਮੋਦੀ ਸਾਹਿਬ ਇੱਕ ਬਹੁਤ ਹੀ ਜ਼ਰੂਰੀ ਤੀਸਰਾ ਵਿਕਲਪ ਤੁਹਾਨੂੰ ਇਹ ਦਿੰਨੇ ਆ ਕਿ ਜਿਹੜੇ ਫਰਾਂਸ ਦੇ ਸੰਤ ਨੋਸਟਰੇਦਮਸ ਹੋਏ ਨੇ, ਜਿਨ੍ਹਾਂ ਨੇ ਭਵਿੱਖਬਾਣੀਆਂ ਕੀਤੀਆਂ ਭਾਰਤ ਨੂੰ ਲੈ ਕੇ, ਆਪ ਉਹਨਾਂ ਦੀਆਂ ਭਵਿੱਖਬਾਣੀਆਂ ਦਾ ਤਰਜਮਾ ਗਲਤ ਕਰ ਰਹੇ ਹੋ। ਉਹ ਭਵਿੱਖਬਾਣੀਆਂ ਆਪ ਦੇ ਉੱਪਰ ਨਹੀਂ ਫਰਮਾਈਆਂ ਗਈਆਂ, ਆਪ ਲੋਕਾਂ ਨੂੰ ਭ੍ਰਮਿਤ ਕਰ ਰਹੇ ਹੋ। ਉਸ ਸੰਤ ਨੇ ਜ਼ਰੂਰ ਲਿਖਿਆ ਕਿ ਭਾਰਤ ਦੀ ਧਰਤੀ ਦੇ ਉੱਪਰ ਕੋਈ ਆਵੇਗਾ ਰੱਬ ਦਾ ਬੰਦਾ ਜੋ ਸੰਵਿਧਾਨ ਲਿਖਣ ਦੀ ਪਾਵਰ ਰੱਖਦਾ ਹੈ, ਜੋ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੀ ਪਾਵਰ ਰੱਖਦਾ ਹੈ ਤੇ ਜਿਸ ਦੇ ਉੱਪਰ ਪ੍ਰਮਾਤਮਾ ਦੀ ਅਪਾਰ ਕਿਰਪਾ ਆ। ਮੋਦੀ ਸਾਹਿਬ ਸੱਚੋ ਸੱਚ ਦੱਸਿਓ, ਤੁਹਾਡੇ ਕੋਲ ਰਿਟਨ ਦੇ ਵਿੱਚ ਕੁਝ ਲਿਖਿਆ ਹੈ? ਤੁਸੀਂ ਸਾਰਾ ਪਖੰਡਵਾਦ ਕਰ ਰਹੇ ਹੋ। ਤੁਸੀਂ, ਮੈਨੂੰ ਨਹੀਂ ਪਤਾ ਇਸ ਦੁਨੀਆ ਦੇ ਵਿੱਚ ਹਿੰਦੂ ਕਿਤਨੇ ਆ, ਪਰ ਸਨਾਤਨ ਧਰਮ ਇੱਕ ਹੀ ਆ। ਤੁਸੀਂ ਤਾਂ ਸਨਾਤਨ ਧਰਮ ਨੂੰ ਬਦਨਾਮ ਕਰ ਰਹੇ ਹੋ। ਕੱਪੜੇ ਤਾਂ ਭਗਵੇ ਰੰਗ ਦੇ ਦੁਕਾਨਾਂ ਉੱਪਰ ਵਾਧੂ ਮਿਲ ਜਾਂਦੇ ਆ, ਪਰ ਉਹਨਾਂ ਕੱਪੜਿਆਂ ਨੂੰ, ਉਸ ਚੋਲੇ ਨੂੰ ਪਾਉਣ ਦੀ ਯੋਗਤਾ ਕੋਈ ਰੱਖਦਾ ਆ। ਹਿੰਦੁਸਤਾਨ ਦੇ
ਵਿਦਵਾਨ ਲੋਕ ਮੈਨੂੰ ਦੱਸਣ ਕਿ ਕਿਆ ਕੋਈ ਮੋਦੀ ਸੰਤ ਆ, ਕਿਆ ਮੋਦੀ ਦੇ ਕੋਲ ਕੋਈ ਲਿਖਿਆ ਹੋਇਆ ਹੈ ਕਿ ਉਹ ਭਾਰਤ ਨੂੰ ਵਿਸ਼ਵ ਗੁਰੂ ਬਣਾਵੇਗਾ? ਕਿਆ ਥਿਓਰੈਟੀਕਲੀ ਜਾਂ ਪ੍ਰੈਕਟੀਕਲੀ ਉਹ ਦੱਸ ਸਕਦਾ ਆ? ਦੂਸਰੀ ਬੇਨਤੀ ਕਰਦਾ ਆ ਅੰਬਾਨੀ ਤੇ ਅਡਾਨੀ ਨੂੰ, ਜਨਾਬ ਬੁੱਢੇ ਘੋੜੇ ਉੱਪਰ ਰੇਸ ਦੀ ਸ਼ਰਤ ਨਹੀਂ ਲਾਈ ਦੀ। ਮੈਨੂੰ ਇਹ ਵੀ ਪਤਾ ਲੱਗਾ ਕਿ ਅੰਬਾਨੀ ਦੇ ਘਰ ਪੋਤਾ ਹੋਇਆ ਤੇ ਮੋਦੀ ਸਾਹਿਬ ਤੁਸੀਂ ਦੌੜੇ ਉਧਰ ਚਲ ਗਏ। ਕਿਉਂ? ਤੁਸੀਂ ਦਾਈ ਲੱਗੇ ਹੋ? ਤੁਸੀਂ ਉਹਦੀਆਂ ਦਰਦਾਂ ਘੱਟ ਕਰਨ ਗਏ ਸੀ? ਜਿਹੜੀਆਂ ਪ੍ਰੈਗਨੈਂਟ ਭੈਣਾਂ ਤੇ ਧੀਆਂ ਇਸ ਅੰਦੋਲਨ ਦੇ ਵਿੱਚ ਉੱਥੇ ਬੈਠੀਆਂ ਹੋਈਆਂ ਨੇ, ਉਹਨਾਂ ਦਾ ਤੁਸੀਂ ਪਤਾ ਨਹੀਂ ਕੀਤਾ ਤੇ ਅੰਬਾਨੀ ਤੇ ਅੰਡਾਨੀ ਦੇ ਪੋਤੇ ਦਾ ਹਾਲ ਚਾਲ ਜਾਣਨਾ ਬਹੁਤ ਜ਼ਰੂਰੀ ਸੀ। ਮੋਦੀ ਸਾਹਿਬ, ਸਾਨੂੰ ਪਤਾ ਲੱਗ ਗਿਆ, ਸਾਡੀਆਂ ਅੱਖਾਂ ਖੁੱਲ ਗਈਆਂ ਕਿ ਤੁਸੀਂ ਪੈਸੇ ਵਾਲਿਆਂ ਨੂੰ ਪੱਖੀਆਂ ਝੱਲਦੇ ਹੋ। ਮੈਂ ਫਿਰ ਦੁਬਾਰਾ ਬੇਨਤੀ ਕਰਦਾ ਕਿ ਇਸ ਵਾਰ ਤੇ ਮੈਂ ਬੜੇ ਹੀ ਆਰਾਮ ਦੇ ਨਾਲ ਬੇਨਤੀ ਕਰ ਰਿਹਾ ਕਿ ਮੋਦੀ ਸਾਹਿਬ ਮੈਨੂੰ ਤੁਸੀਂ ਸਪਸ਼ਟੀਕਰਨ ਦਿਓ ਕਿ ਤੁਸੀਂ ਉਹੀ ਹੋ ਜੋ ਫਰਾਂਸ ਦੇ ਸੰਤ ਨੇ ਜਿਸ ਦਾ ਜ਼ਿਕਰ ਕੀਤਾ ਆ। ਜੇ ਉਹ ਨਹੀਂ ਹੋ ਤੇ ਦੁਬਾਰਾ ਇਹੋ ਜੀ ਨੌਟੰਕੀਬਾਜ਼ੀ ਕਰਨ ਦੀ ਜ਼ਰੂਰਤ ਨਹੀਂ। ਮੈਂ ਨੈਕਸਟ ਟਾਈਮ ਅਗਰ ਤੁਸੀਂ ਨਾ ਸੁਧਰੇ ਮੋਦੀ ਸਾਹਿਬ ਤੇ ਨੈਕਸਟ ਟਾਈਮ ਮੈਂ ਪੂਰੇ ਹਿੰਦੁਸਤਾਨ ਦੇ ਲੋਕਾਂ ਦੇ ਸਾਹਮਣੇ ਸਾਰਾ ਕੁਝ ਖੋਲ ਕੇ ਰੱਖ ਦੇਣਾ ਆ। ਤੁਹਾਡੀ ਮੈਂ ਇੱਕ ਇੱਕ ਨਾੜੀ ਤੋਂ ਵਾਕਫ ਹਾਂ। ਤੁਹਾਡਾ ਰਾਤਾ ਮਰ ਗਿਆ ਹੋਣਾ ਆ। ਪਰਮਾਤਮਾ ਦੀ ਕਿਰਪਾ ਅਜੇ ਅਸੀਂ ਜਿੰਦਾ ਆ ਤੇ ਮੈਂ ਨਹੀਂ ਚਾਹੁੰਦਾ ਕਿ ਮੈਂ ਕੋਈ ਭੇਦ ਖੋਲਾਂ। ਮੈਂ ਹਿੰਦੁਸਤਾਨ ਦੇ ਆਰਮੀ ਚੀਫ, ਹਿੰਦੁਸਤਾਨ ਦੇ ਸ਼ੰਕਰਾਚਾਰੀਆ, ਹਿੰਦੁਸਤਾਨ ਦੇ ਵਿਦਵਾਨ ਪੰਡਤ ਤੇ ਭਾਰਤ ਦੇ ਗੱਦੀ ਨਸ਼ੀਨਾਂ ਦੇ ਸਾਹਮਣੇ ਬਿਠਾ ਕੇ ਮੋਦੀ ਸਾਹਿਬ ਜੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਾ ਕਰਤਾ ਤੇ ਕਹਿ ਦਿਓ ਵੀ ਕੋਈ ਝੂਠ ਬੋਲ ਗਿਆ ਸੀ। ਇਸ ਕਰਕੇ ਮੈਂ ਕਹਿੰਦਾ ਜੋ ਪਰਦਾ ਬਣਿਆ ਉਹ ਬਣਿਆ ਰਵੇ। ਕਿਸਾਨਾਂ ਨੂੰ, ਮੇਰੇ ਪਰਿਵਾਰ ਨੂੰ ਘਰ ਭੇਜ ਦਿਓ। ਜੋ ਕਹਿੰਦੇ, ਜਿਵੇਂ ਕਹਿੰਦੇ ਉਵੇਂ ਕਰ ਦਿਓ, ਨਹੀਂ ਤਾਂ ਇਸ ਦਾ ਖਮਿਆਜਾ ਤੁਹਾਨੂੰ ਭੁਗਤਣਾ ਪਵੇਗਾ। ਕੱਲ ਨੂੰ ਨਾ ਕਿਹੋ ਕਿ ਬੀਜੇਪੀ ਅੰਧਕਾਰ ਦੇ ਵਿੱਚ ਚਲੀ ਗਈ ਆ। ਸੋ ਮੈਂ ਇਹਨਾਂ ਹੀ ਬੇਨਤੀਆਂ ਦੇ ਨਾਲ ਆਪ ਨੂੰ ਇਜਾਜ਼ਤ ਚਾਹੁੰਦਾ ਹਾਂ।